Hello students, this is Rupinder Kaur from Government High School Malsingwala. Today we will discuss our topic trains. This topic is taken from 7th class book. ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਸਿਲੇਬਸ ਚੇਂਜ ਹੋ ਚੁੱਕਿਆ ਹੈ, ਕਿਤਾਬਾਂ ਬਦਲੀਆਂ ਜਾ ਚੁੱਕੀਆਂ ਨੇ, ਤਾਂ ਉਸ ਸੰਬੰਧੀ ਅਸੀਂ ਸਾਰੇ ਟੀਚਰਸ ਨੇ ਮਿਲ ਕੇ ਇੱਕ ਕੋਸ਼ਿਸ਼ ਕੀਤੀ ਹੈ। ਆਸ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗੀ। ਫਸਟਲੀ ਬੇਟੇ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ, ਤਾਂ ਇਸ ਕਰਕੇ ਹਰੇਕ ਚੀਜ਼ ਟੂ ਦਾ ਪੁਆਇੰਟ ਤੁਹਾਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਸਭ ਤੋਂ ਪਹਿਲਾਂ ਜਿਹੜੇ ਹਾਈਲਾਈਟ ਹੋ ਰਹੇ ਵਰਡਸ ਹੈ, ਤੁਸੀਂ ਦੇਖ ਰਹੇ ਹੋਵੋਗੇ ਸਕਰੀਨ 'ਤੇ, ਪੈਸੇਂਜਰ, ਪ੍ਰੈਸ਼ੀਅਸ, ਮੇਲ, ਫਰਾਈ, ਡਸਕ, ਡਾਊਨ, ਵਿਦਆਊਟ ਫੇਲ। ਇਹਨਾਂ ਬਾਰੇ ਦੱਸਿਆ ਗਿਆ ਕਿ ਇਸ ਨੂੰ ਆਪਾਂ ਇਹ ਪਤਾ ਕਰਨਾ ਹੈ ਕਿ ਇਹ ਕਿਸ ਪਾਰਟ ਆਫ ਸਪੀਚ ਦਾ ਭਾਗ ਨੇ। ਮਤਲਬ ਇਹ ਨਾਊਨ ਹੈ, ਐਡਜੈਕਟਿਵ ਹੈ, ਵਰਬ ਹੈ ਜਾਂ ਸਮਥਿੰਗ ਐਲਸ। ਓਕੇ, ਇਸ ਬਾਰੇ ਇਹ ਵੀ ਕਿਹਾ ਗਿਆ ਕਿ ਆਪਾਂ ਇਹਨਾਂ ਦੇ ਮਤਲਬ ਵੀ ਦੇਖਣੇ ਆ ਅਤੇ ਨਾਲ ਨਾਲ ਇਹਨਾਂ ਦੀ ਪ੍ਰੋਨਾਂਸੀਏਸ਼ਨ ਵੀ ਦੇਖਣੀ ਹੈ, ਅਤੇ ਸਪੈਲਿੰਗ ਮਿਸਟੇਕ ਬਿਲਕੁਲ ਵੀ ਨਹੀਂ ਕਰਨੀ। ਉਹਦੇ ਲਈ ਮੈਂ ਅੱਗੇ ਇੱਕ ਪੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ ਉਹਨਾਂ ਦੇ ਵਰਡ ਮੀਨਿੰਗ ਲਿਖੇ ਨੇ। ਫਸਟ ਵਰਡ ਆਪਣਾ ਹੈ ਪੈਸੇਂਜਰ। ਪੈਸੇਂਜਰ ਪੈਸੇਂਜਰ ਦਾ ਮਤਲਬ ਕੀ ਹੈ? ਯਾਤਰੀ। ਪ੍ਰੈਸ਼ੀਅਸ ਪ੍ਰੈਸ਼ੀਅਸ ਕੀਮਤੀ। ਮੇਲ ਮੇਲ। ਫਰਾਈਟ ਮਾਲ ਗੱਡੀ। ਫਰਾਈਟ ਟ੍ਰੇਨ ਵੀ ਹੋ ਸਕਦਾ ਹੈ, ਜੇ ਟ੍ਰੇਨ ਹੁੰਦਾ ਤਾਂ ਇਹ ਜ਼ਿਆਦਾ ਵਧੀਆ ਲੱਗਦਾ। ਤਾਂ ਫਰਾਈਟ ਮਤਲਬ ਮਾਲ ਗੱਡੀ। ਡਸਕ ਸ਼ਾਮ। ਡੈਮ ਸਵੇਰ ਵਿਦਆਊਟ ਬਿਨਾ, ਅਤੇ ਫੇਲ ਮਤਲਬ ਫੇਲ। ਠੀਕ ਹੈ। ਨਾਓ ਲੈਟ ਅਸ ਰੀਡ ਆਰ ਇੰਟਰਸਟਿੰਗ ਪੋਇਮ ਐਂਡ ਲੈਟਸ ਇੰਜੋਏ। Trains over the mountains, over the plains, over the rivers, here come the trains, carrying passenger, carrying mail, bringing their precious loads in without fail. Next, thousands of freight cars, all rushing on, through day and darkness, through dusk and dawn, over the mountains, over the plains, over the rivers, here come the trains. ਇਹ ਇੰਨੀ ਸੋਹਣੀ ਪੋਇਮ ਹੈ ਕਿ ਮੈਨੂੰ ਪੜ੍ਹਦੇ ਹੋਇਆ ਇੰਨਾ ਮਜ਼ਾ ਆ ਰਿਹਾ ਸੀ। ਆਸ ਕਰਦੀ ਹਾਂ ਕਿ ਤੁਹਾਨੂੰ ਵੀ ਵਧੀਆ ਲੱਗ ਰਹੀ ਹੋਊਗੀ, ਹੈ ਨਾ। ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਪੋਇਟ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਦ ਨੇਮ ਆਫ ਦਾ ਪੋਇਟ ਇਜ਼ ਜੇਮਸ ਐਸ ਟਿਪਟ। ਦ ਨੇਮ ਆਫ ਦਾ ਪੋਇਟ ਇਜ਼ ਜੇਮਸ ਐਸ ਟਿਪਟ। ਠੀਕ ਹੈ। ਇਹ ਆਮ ਤੌਰ 'ਤੇ ਪੁੱਛਿਆ ਜਾਂਦਾ ਹੈ ਕਿ ਵਟ ਇਜ਼ ਦਾ ਨੇਮ ਆਫ ਦਾ ਪੋਇਮ ਐਂਡ ਦ ਨੇਮ ਆਫ ਦਾ ਪੋਇਟ। ਫਸਟ ਮੋਸਟਲੀ ਇਹ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ। ਤਾਂ ਨੇਮ ਆਫ ਦਾ ਪੋਇਮ ਇਜ਼ ਟ੍ਰੇਨਸ ਐਂਡ ਨੇਮ ਆਫ ਦਾ ਪੋਇਟ ਇਜ਼ ਜੇਮਸ ਐਸ ਟਿਪਟ। ਇਸ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਓਵਰ ਦੀ ਮਾਊਂਟੇਨਸ, ਓਵਰ ਦੀ ਪਲੇਨਸ, ਓਵਰ ਦੀ ਰਿਵਰਸ। ਕੀ ਦੱਸ ਰਿਹਾ ਕਿ ਟ੍ਰੇਨਸ ਲੰਘ ਰਹੀਆਂ ਨੇ ਓਵਰ ਦੀ ਮਾਊਂਟੇਨਸ ਪਹਾੜਾਂ ਤੋਂ, ਓਵਰ ਦੀ ਪਲੇਨਸ ਮੈਦਾਨਾਂ ਤੋਂ, ਓਵਰ ਦੀ ਰਿਵਰਸ ਨਦੀਆਂ ਕਰੋਸ ਕਰ ਰਹੀਆਂ ਨੇ। ਹੀਅਰ ਕਮਸ ਏ ਟ੍ਰੇਨ, ਕੈਰਿੰਗ ਪੈਸੇਂਜਰਸ, ਕੈਰਿੰਗ ਮੇਲ। ਕਾਫੀ ਆਪਣੇ ਨਾਲ ਯਾਤਰੀ ਲਏ ਹੋਏ ਆ ਉਹਨਾਂ ਨੇ, ਅਤੇ ਕਈ ਮੇਲ ਲਏ ਹੋਏ ਆ। ਬ੍ਰਿੰਕਿੰਗ ਦੇਅਰ ਪ੍ਰੈਸ਼ੀਅਸ ਲੋਡਸ। ਪੋਇਟ ਇੱਥੇ ਪੈਸੇਂਜਰ ਅਤੇ ਮੇਲ ਨੂੰ ਪ੍ਰੈਸ਼ੀਅਸ ਲੋਡ ਕਹਿ ਕੇ, ਪ੍ਰੈਸ਼ੀਅਸ ਮਤਲਬ ਕੀਮਤੀ, ਲੋਡ ਮੀਨੇ ਭਾਰ, ਕੀਮਤੀ ਭਾਰ ਸਮਝ ਕੇ ਇਸ ਬਾਰੇ ਜਾਣਕਾਰੀ ਦੇ ਰਿਹਾ ਕਿ ਟ੍ਰੇਨਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੈਸ਼ੀਅਸ, ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਕੀ ਹੁੰਦੀ ਆ? ਉਹ ਟ੍ਰੇਨ ਦੇ ਪੈਸੇਂਜਰ ਅਤੇ ਟ੍ਰੇਨਸ ਦੇ ਮੇਲ। ਇਨ ਵਿਦਆਊਟ ਫੇਲ। ਓਕੇ। ਥਾਊਜ਼ੈਂਡ ਆਫ ਫਰਾਈਟ ਕਾਰਸ, ਕਈ ਮਾਲ ਗੱਡੀਆਂ, ਹੈ ਨਾ, ਨਾਲ ਹੈ। ਆਲ ਰਸ਼ਿੰਗ ਗੋ, ਹੈ ਨਾ, ਰਸ਼ ਹੈ ਪੂਰੀ ਤਰ੍ਹਾਂ ਨਾਲ, ਹੋਚ ਪੋਚ ਹੋ ਰਿਹਾ ਹੈਗਾ। ਠੀਕ ਹੈ। ਸਮਾਨ ਇੰਨਾ ਜ਼ਿਆਦਾ ਹੈ ਟ੍ਰੇਨਸ ਦੇ ਵਿੱਚ, ਕਿਉਂਕਿ ਉਹ ਆਪਾਂ ਨੂੰ ਪਤਾ ਹੀ ਹੈ ਕਿ ਉਹਦਾ ਸਾਈਜ਼ ਦੇ ਹਿਸਾਬ ਨਾਲ
ਓਬਵੀਅਸਲੀ ਮਾਲ ਜਿਹੜਾ ਹੈ ਉਹ ਵੱਧ ਹੀ ਲੋਡ ਕਰਨਾ ਪੈਂਦਾ ਹੈ। ਥਰੂ ਡੇ ਐਂਡ ਡਾਰਕਨੈਸ, ਥਰੂ ਡਸਕ ਐਂਡ ਡਾਨ। ਡੇ ਐਂਡ ਡਾਰਕਨੈਸ, ਡੇ ਮਤਲਬ ਦਿਨ, ਡਾਰਕਨੈਸ ਰਾਤ ਨੂੰ। ਡਸਕ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵਰਡ ਮੀਨਿੰਗ ਦੇ ਵਿੱਚ, ਕੀ ਮਤਲਬ ਇਹਦਾ? ਸ਼ਾਮ। ਅਤੇ ਡਾਨ ਸਵੇਰ। ਠੀਕ ਹੈ, ਦਿਨ ਰਾਤ ਟ੍ਰੇਨਸ ਕੰਮ ਕਰ ਰਹੀਆਂ ਨੇ। ਓਵਰ ਦੀ ਮਾਊਂਟੇਨਸ, ਓਵਰ ਦੀ ਪਲੇਨਸ, ਓਵਰ ਦੀ ਰਿਵਰਸ, ਹੀਅਰ ਕਮ ਦੀ ਟ੍ਰੇਨਸ। Now look at the another topic, post reading, vocabulary expansion. Trains are a very important mean of land transport in India. India has a large network of trains. ਭਾਰਤ ਦੇ ਵਿੱਚ ਹੀ ਗੱਲ ਕੀਤੀ ਗਈ ਹੈ ਨਾ, ਭਾਰਤ ਕਹਿੰਦੇ ਕਿ ਭਾਰਤ ਦੇ ਵਿੱਚ ਕਾਫੀ ਨੈਟਵਰਕ ਹੈ ਟ੍ਰੇਨਸ ਦਾ। ਠੀਕ ਹੈ, ਉਸ ਤੋਂ ਬਾਅਦ ਸੈਕਿੰਡ ਐਕਟੀਵਿਟੀ ਇਹ ਦੱਸ ਰਿਹਾ ਕਿ ਗਿਵਨ ਬਿਲੋ ਆਰ some more means of transport, put them under the right box. ਇਹਨਾਂ ਨੇ ਇੱਕ ਐਕਟੀਵਿਟੀ ਦੱਸੀ ਆ, ਉਹਦੇ ਵਿੱਚ ਜਿਵੇਂ ਆਹ ਬੋਕਸ ਬਣਿਆ ਹੋਇਆ ਹੈਗਾ, ਇਹਦੇ ਵਿੱਚ ਫਸਟ ਵਰਡ ਲਿਖਿਆ ਹੋਇਆ ਕਾਰ, ਐਰੋਪਲੇਨ, ਸਕੂਟਰ, ਹੈਲੀਕਾਪਟਰ, ਬੋਟ, ਆਟੋ, ਬੱਸ, ਸ਼ਿਪ, ਸਬਮਾਈਨ, ਟ੍ਰੇਨ, ਜੀਪ ਐਂਡ ਬਾਈਸਾਈਕਲ। ਠੀਕ ਹੈ ਬੇਟੇ, ਤਾਂ ਇਹਨਾਂ ਨੂੰ ਆਪਾਂ ਅੱਗੇ ਜਿਹੜਾ ਚਾਰਟ ਅੱਗੇ ਪੇਜ ਨੰਬਰ 15 'ਤੇ ਦੇਖੋ, ਇੱਕ ਇਹਨਾਂ ਨੇ ਰੈੱਡ ਕਲਰ 'ਚ ਬਾਕਸ ਬਣਾਇਆ ਹੋਇਆ, ਉਹਦੇ ਵਿੱਚ ਲੈਂਡ, ਸਕਾਈ ਅਤੇ ਵਾਟਰ ਲਿਖਿਆ ਹੋਇਆ। ਤਾਂ ਆਪਾਂ ਨੇ ਕੀ ਕਰਨਾ, ਲੈਂਡ ਧਰਤੀ 'ਤੇ ਚੱਲਣ ਵਾਲੀ, ਜ਼ਮੀਨ 'ਤੇ ਚੱਲਣ ਵਾਲੀ ਜਿਹੜੇ ਟਰਾਂਸਪੋਰਟ ਹੈ, ਮੀਨ ਆਫ ਟਰਾਂਸਪੋਰਟ ਹੈ, ਉਹਨਾਂ ਦੀ ਅਲੱਗ ਲਿਸਟ ਬਣਾਉਣੀ ਹੈ। ਸਕਾਈ 'ਚ, ਆਸਮਾਨ 'ਚ ਉੜਨ ਵਾਲਿਆਂ ਦੀ ਅਲੱਗ ਅਤੇ ਵਾਟਰ 'ਚ ਅਲੱਗ। ਠੀਕ ਹੈ, ਉਹ ਮੈਂ ਕੁਛ ਕਰਨ ਦੀ ਕੋਸ਼ਿਸ਼ ਕੀਤੀ ਆ, ਹੋਪ ਤੁਹਾਨੂੰ ਵਧੀਆ ਲੱਗੂਗਾ। ਲੈਂਡ ਦੇ ਵਿੱਚ ਇਹਨਾਂ ਵਰਡਸ ਦੇ ਵਿੱਚੋਂ ਹੀ ਸਿਲੈਕਟਿਵ ਵਰਡਸ ਨੇ, ਜਿਵੇਂ ਕਾਰ, ਸਕੂਟਰ, ਆਟੋ, ਬੱਸ, ਟ੍ਰੇਨ, ਜੀਪ, ਬਾਈਸਾਈਕਲ। ਇਹ ਲੈਂਡ 'ਤੇ ਚੱਲਣ ਵਾਲੀਆਂ ਚੀਜ਼ਾਂ ਨੇ। ਸਕਾਈ, ਐਰੋਪਲੇਨ, ਹੈਲੀਕਾਪਟਰ, ਵਾਟਰ, ਬੋਟ, ਸ਼ਿਪ, ਸਬਮੈਰੀਨ। ਕਿ ਸਬਮੈਰੀਨ ਮਤਲਬ ਪਣਡੁੱਬੀ। ਓਕੇ, ਇਹ ਸਾਰੀਆਂ ਚੀਜ਼ਾਂ ਵਾਟਰ 'ਚ ਨੇ। ਠੀਕ ਹੈ, ਇਹ ਮੀਨ ਆਫ ਟਰਾਂਸਪੋਰਟ ਹੈ, ਜਿਹੜੇ ਕਿ ਅਲੱਗ ਅਲੱਗ ਪਾਰਟ ਦੇ, ਅਰਥ ਦੇ ਅਲੱਗ ਅਲੱਗ ਪਾਰਟ ਦੇ ਨਾਲ ਇਹਨੂੰ ਡਿਵਾਈਡ ਕੀਤਾ ਗਿਆ ਹੈ। ਇਹ ਆਪਣੀ ਸੈਕਿੰਡ ਐਕਟੀਵਿਟੀ ਸੀ। ਨਾਓ ਨੈਕਸਟ, ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ ਐਕਟੀਵਿਟੀ। ਰਾਈਟ ਆਨਸਰ ਟੂ ਦਾ ਫੋਲੋਇੰਗ ਕੁਐਸਚਨਸ। ਕੁਐਸਚਨ ਪੁੱਛੇ ਗਏ ਆ ਅਤੇ ਉਹਨਾਂ ਦੇ ਵੀ ਅੱਗੇ ਮੈਂ ਇੱਕ ਪੇਜ ਕ੍ਰੀਏਟ ਕਰਕੇ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਆ। ਹੋਪ ਤੁਹਾਨੂੰ ਟੂ ਦਾ ਪੁਆਇੰਟ ਆਨਸਰਸ ਮਿਲਣਗੇ। ਵਟ ਪਲੇਸਿਸ ਡੂ ਦਾ ਟ੍ਰੇਨਸ ਗੋ ਟੂ? ਵਟ ਪਲੇਸਿਸ ਡੂ ਦਾ ਟ੍ਰੇਨਸ ਗੋ ਟੂ? ਟ੍ਰੇਨਸ ਕਿਹੜੇ ਕਿਹੜੇ ਥਾਵਾਂ 'ਤੇ ਚੱਲਦੀਆਂ ਨੇ, ਜਾਂਦੀਆਂ ਨੇ। ਦਾ ਟ੍ਰੇਨਸ ਗੋ ਟੂ ਦਾ ਵਨ ਪਲੇਸ ਟੂ ਅਨਦਰ ਪਲੇਸ। ਇਹ ਮੈਂ ਇੱਥੇ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਟ੍ਰੇਨਸ ਜਿਹੜੀਆਂ ਹੈਗੀਆਂ ਨੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੀਆਂ ਨੇ। ਠੀਕ ਹੈ, ਵਟ ਡੂ ਦੇ ਕੈਰੀ ਪੈਸੈਂਜਰਸ ਐਂਡ ਮੇਲ, ਜਿਵੇਂ ਕਿ ਪੋਇਟ ਆਪਾਂ ਨੂੰ ਦੱਸ ਹੀ ਚੁੱਕੇ ਹਾਂ। ਵਾਈ ਡਜ਼ ਦਾ ਪੋਇਟ ਕਾਲ ਪੈਸੈਂਜਰ ਐਂਡ ਮੇਲ ਐਜ਼ ਪ੍ਰੈਸ਼ੀਅਸ ਲੋਡ? ਕਿਉਂ ਬੁਲਾਉਂਦੇ ਨੇ ਕਿ ਉਹ ਪੈਸੈਂਜਰ ਅਤੇ ਮੇਲ ਨੂੰ ਪ੍ਰੈਸ਼ੀਅਸ ਲੋਡ? ਕਿਉਂਕਿ ਇਸ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਟ੍ਰੇਨਸ ਦੇ ਵਿੱਚ ਜਿਹੜੇ ਮੇਨ ਕੀਮਤੀ ਸਮਾਨ ਹੈ ਉਹ ਟ੍ਰੇਨਸ ਦੇ ਪੈਸੈਂਜਰ ਅਤੇ ਮੇਲ ਹੀ ਹੁੰਦੇ। ਦ ਪੋਇਟ ਕਾਲਸ ਪੈਸੈਂਜਰ ਮੇਲ ਐਜ਼ ਪ੍ਰੈਸ਼ੀਅਸ ਲੋਡਸ ਬਿਕੋਜ਼। ਵਾਈ ਵਾਲਾ ਕੁਐਸਚਨ ਹੈ ਤਾਂ ਇਹਦਾ ਆਨਸਰ ਕਾਹਦੇ 'ਚ ਆਊਗਾ? ਬਿਕੋਜ਼ ਜੀ। ਟ੍ਰੇਨਸ ਆਰ ਕੈਰਿੰਗ these things more than others, ਕਿਉਂਕਿ ਟ੍ਰੇਨਸ ਦੇ ਵਿੱਚ ਇਹ ਸਮਾਨ ਬਾਕੀ ਮੀਨ ਆਫ ਟਰਾਂਸਪੋਰਟ ਨਾਲੋਂ ਵੱਧ ਹੁੰਦਾ ਹੈ। ਠੀਕ ਹੈ, ਇਸ ਕਰਕੇ ਟ੍ਰੇਨਸ ਦੀ ਜਿਹੜੀ ਹੈ ਉਹਨੂੰ ਪ੍ਰੈਸ਼ੀਅਸ ਲੋਡ ਦੇ ਨਾਮ ਨਾਲ ਗੱਲ ਕੀਤੀ ਗਈ ਹੈ। Where do the trains run? The train run over the mountains, plains and river. What are freight cars? On a train, a freight car
is a large container in which goods are transported। ਜਿੱਥੇ ਜਿਨ੍ਹਾਂ ਵਿੱਚ ਆਪਾਂ ਚੀਜ਼ਾਂ ਨੂੰ ਸਮਾਨ ਨੂੰ ਪਾ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾ ਸਕਦੇ ਹਾਂ। these are called freight cars। ਅੱਗੇ ਐਕਟੀਵਿਟੀ ਇੱਕ ਹੋਰ ਆ, ਇੱਧਰ ਦੇਖੋ ਐਕਟੀਵਿਟੀ 4 'ਤੇ। ਐਕਟੀਵਿਟੀ 4 'ਤੇ ਰੀਡ ਦੀ ਫੋਲੋਇੰਗ ਲਾਈਨਸ ਐਂਡ ਆਨਸਰ ਦੀ ਕੁਐਸਚਨਸ ਦੈਟ ਫੋਲੋ। 2 ਲਾਈਨਾਂ ਆਪਾਂ ਨੂੰ ਦਿੱਤੀਆਂ, ਉਹਨਾਂ ਨਾਲ ਰਿਲੇਟਡ ਕੁਐਸਚਨ ਪੁੱਛੇ ਗਏ ਅਤੇ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਆਪਾਂ ਕਰਨੀ ਹੈ। ਥਰੂ ਡੇ ਐਂਡ ਡਾਰਕਨੈਸ, ਥਰੂ ਡਸਕ ਐਂਡ ਡਾਨ। ਠੀਕ ਹੈ, ਵਾਟ ਡੂ ਦਾ ਅਬਵ ਲਾਈਨਸ ਰੈਫਰ ਟੂ। ਇਹਨਾਂ ਬਾਰੇ ਵੀ ਮੈਂ ਆਨਸਰ ਥੱਲੇ ਦਿੱਤੇ ਹੈ। The above lines refers that trains are working 24 hours for our help or social welfare। ਠੀਕ ਹੈ, ਇਹਨਾਂ ਨੇ ਪੁੱਛਿਆ ਕਿ ਇਹ ਲਾਈਨਾਂ ਰੈਫਰ ਕੀ ਕਰ ਰਹੀਆਂ ਨੇ, ਕੀ ਦੱਸ ਰਹੀਆਂ ਨੇਗੀਆਂ। ਇਹ ਦੱਸ ਰਹੀਆਂ ਨੇ ਕਿ ਟ੍ਰੇਨਸ ਜਿਹੜੀਆਂ ਹੈ ਉਹ ਸਾਡੇ ਲਈ 24 ਘੰਟੇ ਕੰਮ ਕਰਦੀਆਂ ਨੇ, ਸਾਡੀ ਹੈਲਪ ਕਰਦੀਆਂ ਨੇ, ਸੋਸ਼ਲ ਵੈਲਫੇਅਰ ਕਰਦੀਆਂ ਨੇ। ਠੀਕ ਹੈ, ਜਿਹਦੇ ਨਾਲ ਸਾਨੂੰ ਬਹੁਤ ਹੈਲਪ ਮਿਲਦੀ ਹੈ। What do the day and darkness and dusk and dawn in the poem tell the reader? According to the poet। ਆਨਸਰ ਦਿੱਤਾ ਹੈ ਕਿ ਡੇ ਐਂਡ ਡਾਰਕਨੈਸ ਅਤੇ ਡਸਕ ਐਂਡ ਡਾਊਨ ਦੇ ਵਿੱਚ ਪੋਇਟ ਇਨ ਦਾ ਪੋਇਮ ਟੈਲ ਦਾ ਰੀਡਰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੈ ਪੋਇਟ। ਤਾਂ ਡੇ ਐਂਡ ਡਾਰਕਨੈਸ ਦਾ ਮਤਲਬ ਸਿੰਪਲ ਹੈ, ਇਜ਼ ਡੇ ਐਂਡ ਨਾਈਟ, ਐਂਡ ਡਸਕ ਐਂਡ ਡਾਊਨ ਮੀਨਸ ਡਸਕ ਮੀਨਸ ਈਵਨਿੰਗ ਐਂਡ ਡਾਊਨ ਮੀਨਸ ਮੋਰਨਿੰਗ। ਇਹ ਪਹਿਲਾਂ ਵੀ ਆਪਾਂ ਵਰਡ ਮੀਨਿੰਗ ਦੇ ਵਿੱਚ ਕਰ ਚੁੱਕੇ ਹਾਂ। ਠੀਕ ਹੈ, ਅੱਗੇ ਹੈ ਲਰਨਿੰਗ ਲੈਂਗੁਏਜ। ਲਰਨਿੰਗ ਦੇ ਵਿੱਚ ਆਪਾਂ ਕਰਨਾ ਹੈ ਅੱਜ ਕੰਜੰਕਸ਼ਨ। ਤਾਂ ਕੰਜੰਕਸ਼ਨ ਕੀ ਹੁੰਦਾ ਬੇਟੇ ਜੀ? ਕੰਜੰਕਸ਼ਨ ਹੁੰਦਾ ਹੈਗਾ ਯੋਜਕ, ਜੋ 2 ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ। ਅਤੇ ਇਹ ਸ਼ਬਦ ਕਿਹੜੇ ਹੁੰਦੇ ਆ ਇੰਗਲਿਸ਼ ਦੇ ਵਿੱਚ? ਸੋ, ਬਿਕੋਜ਼, ਆਲਦੋ ਐਂਡ ਯੈਟ। ਠੀਕ ਹੈ, we use conjunction like and or, but, because and although to join 2 parts of sentences। Conjunction can be used to give more or unexpected information, result, options and reasons। ਅੱਗੇ ਆਪਾਂ ਨੂੰ ਇਹਨਾਂ ਨੇ ਐਕਟੀਵਿਟੀ ਦਿੱਤੀ ਹੈ ਕਿ ਕੰਪਲੀਟ ਦੀ ਸੈਂਟੈਂਸਿਸ ਗਿਵਨ ਬਿਲੋ ਵਿਦ ਸੋ ਔਰ ਬਿਕੋਜ਼। ਸੋ ਲਾਣਾ ਹੈ ਸੈਂਟੈਂਸਿਸ ਦੇ ਵਿੱਚ ਜਿਹੜੇ ਆ ਫਿਲਅਪ ਅੱਗੇ ਦਿੱਤੇ ਹੋਏ ਆ 16 ਨੰਬਰ ਪੇਜ 'ਤੇ, ਜਾਂ ਆਪਾਂ ਇਹਦੇ ਵਿੱਚ ਬਿਕੋਜ਼ ਲਾਉਣ ਦੀ ਕੋਸ਼ਿਸ਼ ਕਰਨੀ, ਮਤਲਬ ਦੋਨਾਂ ਵਿੱਚ ਜਿਹੜਾ ਵਰਡ ਸੂਟੇਬਲ ਹੈ ਉਹ ਲਾਣੇ ਆ। ਠੀਕ ਹੈ, ਅੱਗੇ ਇਹਨਾਂ ਨੇ ਇੱਕ ਐਗਜ਼ਾਮਪਲ ਦੇ ਥਰੂ ਵੀ ਸਮਝਾਇਆ ਗਿਆ ਕਿ ਰਾਜਨ ਇਜ਼ ਹੈਪੀ, ਰਾਜਨ ਖੁਸ਼ ਹੈ। ਬਿਕੋਜ਼ ਦਾ ਮਤਲਬ ਕੀ ਹੁੰਦਾ ਬੇਟੇ? ਕਿਉਂਕਿ, ਹੈ ਨਾ। ਜਿੱਥੇ ਵਾਈ ਵਾਲਾ ਕੁਐਸਚਨ ਹੋਵੇ ਉੱਥੇ ਆਪਾਂ ਮੋਸਟਲੀ ਬਿਕੋਜ਼ ਨਾਲ ਹੀ ਆਨਸਰ ਦਿੰਦੇ ਹਾਂ ਕਿ ਰਾਜਨ ਇਜ਼ ਹੈਪੀ। ਹੈਪੀ ਕਿਉਂ ਸੀਗਾ? ਬਿਕੋਜ਼ ਹੀ ਹੈਜ਼ ਸਟੂਡ ਫਸਟ ਇਨ ਦਾ ਰੇਸ, ਕਿਉਂਕਿ ਉਹ ਰੇਸ ਦੇ ਵਿੱਚ ਪਹਿਲੇ ਨੰਬਰ 'ਤੇ ਆਏ ਸੀ। ਸੈਕਿੰਡ ਹੈ ਇਟ ਵਾਜ਼ ਰੇਨਿੰਗ ਹੋ ਰਹੀ ਹੈ। ਤਾਂ ਆਪਾਂ ਇੱਥੇ ਇਹ ਨਹੀਂ ਪੁੱਛ ਸਕਦੇ ਹੈ ਕਿ ਵੀ ਕਿਉਂ ਰੇਨਿੰਗ ਹੋ ਰਹੀ ਹੈ। ਠੀਕ ਹੈ ਨਾ, ਇਟ ਵਾਜ਼ ਰੇਨਿੰਗ ਸੋ ਆਈ ਡਿਡ ਨੋਟ ਗੋ ਟੂ ਸਕੂਲ, ਅਤੇ ਮੈਂ ਸਕੂਲ ਨਹੀਂ ਗਿਆ, ਹੈ ਨਾ। ਤਾਂ ਮਤਲਬ ਬਿਕੋਜ਼ ਦਾ ਆਨਸਰ ਆਪਾਂ ਕਿਵੇਂ ਦੇਣਾ ਹੈਗਾ? ਜਦੋਂ ਕੋਈ ਰੀਜ਼ਨ ਦੱਸਣਾ ਹੋਵੇ। ਠੀਕ ਹੈ, ਤਾਂ ਸੋ ਦਾ ਆਨਸਰ ਸੋ ਕਦੋਂ ਆਪਾਂ ਪੁੱਟ ਕਰਨਾ ਹੈਗਾ? ਜਦੋਂ ਕੋਈ ਆਪਾਂ ਜਿਵੇਂ ਇਹਨਾਂ ਨੇ ਲਿਖਿਆ ਵੀ ਆ ਵਟ ਟਾਕਿੰਗ ਅਬਾਊਟ ਰਿਜ਼ਲਟ ਔਰ ਪਰਪਜ਼, ਵੀ ਇਹਦਾ ਕੀ ਪਰਪਜ਼ ਆ। ਠੀਕ ਹੈ, ਜਾਂ ਇਹਦਾ ਕੀ ਰਿਜ਼ਲਟ ਆ, ਹੈ ਨਾ। ਰਿਜ਼ਲਟ ਕੀ ਨਿਕਲੂਗਾ? ਜੇ ਵੀ ਇਹ ਰੇਨ ਹੋ ਰਹੀ ਸੀ ਇਸ ਕਰਕੇ ਮੈਂ ਕੀ ਹੈ ਸਕੂਲ ਨਹੀਂ ਗਿਆ, ਇਹਦਾ ਰਿਜ਼ਲਟ ਨਿਕਲਿਆ ਨਾ। ਇੱਥੇ ਆਪਾਂ ਨੂੰ ਇਹ ਤਾਂ ਨਹੀਂ ਪੁੱਛਿਆ ਨਾ ਵੀ ਆਪਾਂ ਸਕੂਲ ਕਿਉਂ ਨਹੀਂ ਗਏ, ਜਾਂ ਇਹ ਨਹੀਂ ਪੁੱਛ ਰਹੇ ਵੀ ਵਰਖਾ ਕਿਉਂ ਹੋ ਰਹੀ ਹੈ। ਠੀਕ ਹੈ, ਉੱਥੇ ਜਿੱਥੇ ਇਹ ਮਤਲਬ ਹੀ ਨਾ ਬਣਦਾ ਹੋਵੇ ਕਿਉਂਕਿ ਦਾ, ਤਾਂ ਆਪਾਂ ਉੱਥੇ ਸੋ ਲਾਣਾ। ਸਮਝ ਆਈ? ਤਾਂ ਮਾਈ ਡੋਗ ਵਾਜ਼ ਹੰਗਰੀ ਡੈਸ਼ ਇਟ ਸਟੋਲ ਬਿਸਕਿਟਸ ਫਰੋਮ ਦਾ ਸ਼ੈਲਫ, ਹੈ ਨਾ। ਫਸਟ ਸੈਂਟੈਂਸ ਹੈ ਮਾਈ ਡੋਗ ਵਾਜ਼ ਹੰਗਰੀ, ਮੇਰਾ ਕੁੱਤਾ ਭੁੱਖਾ ਹੈ। ਤਾਂ ਭੁੱਖਾ ਕਿਉਂ ਆ? ਮਤਲਬ ਆਪਾਂ ਉਹਨੂੰ ਹਜੇ ਤੱਕ ਕੁਛ ਪਾਇਆ ਨਹੀਂ। ਡੈਸ਼ ਇਟ ਸਟੋਲ ਬਿਸਕਿਟਸ ਫਾਰ ਦਾ ਸ਼ੈਲਫ। ਨੈਕਸਟ ਸੈਂਟੈਂਸ ਪੜ੍ਹੋ, ਇਟ ਸਟੋਲ ਬਿਸਕਿਟ ਫਰੋਮ ਦਾ ਸ਼ੈਲਫ, ਉਹਨੇ ਸ਼ੈਲਫ 'ਚੋਂ ਬਿਸਕਿਟ ਇਸ ਕਰਕੇ ਉਠਾਇਆ ਕਿਉਂਕਿ ਉਹ ਭੁੱਖਾ ਸੀ। ਤਾਂ ਇਹਦੇ ਵਿੱਚ ਸੈਂਟੈਂਸ ਪੜ੍ਹ ਕੇ ਆਪਾਂ ਨੂੰ ਪਤਾ ਲੱਗ ਰਿਹਾ ਹੈਗਾ ਕਿ ਆਪਾਂ ਨੂੰ ਇੱਥੇ ਕੀ ਲਾਉਣਾ ਚਾਹੀਦਾ ਹੈਗਾ? ਬਿਕੋਜ਼।
ਨੈਕਸਟ ਹੈ ਆਈ ਐਮ ਫੀਲਿੰਗ ਸਲੀਪੀ। ਆਈ ਐਮ ਫੀਲਿੰਗ ਸਲੀਪੀ, ਮੈਂ ਥੋੜ੍ਹਾ ਸੌਣ ਦਾ ਇੱਛੁਕ ਹਾਂ ਜਾਂ ਸੌਣ ਦਾ ਫੀਲ ਕਰ ਰਹੀ ਹਾਂ, ਹੈ ਨਾ। ਡੈਸ਼ ਆਈ ਐਮ ਵੈਰੀ ਟਾਇਰਡ, ਮੈਂ ਬਹੁਤ ਥੱਕੀ ਹੋਈ ਹਾਂ। ਆਈ ਐਮ ਫੀਲਿੰਗ ਸਲੀਪੀ, ਮੈਂ ਸਲੀਪੀ, ਆਈ ਐਮ ਫੀਲਿੰਗ ਸਲੀਪੀ। ਸੋ ਆਊਗਾ ਤੇ ਜਾਂ ਬਿਕੋਜ਼ ਆਊਗਾ, ਆਈ ਐਮ ਵੈਰੀ ਟਾਇਰਡ। ਮੈਂ ਸਲੀਪੀ ਮਹਿਸੂਸ ਕਰ ਰਹੀ ਹਾਂ, ਮੈਨੂੰ ਨੀਂਦ ਆ ਰਹੀ ਹੈ, ਮੈਂ ਸੋਣਾ ਹੈ, ਠੀਕ ਹੈ। ਕਿਉਂ ਸੋਣਾ? ਕਿਉਂਕਿ ਮੈਂ ਥੱਕ ਚੁੱਕੀ ਹਾਂ, ਆਈ ਐਮ ਵੈਰੀ ਟਾਇਰਡ। ਤਾਂ ਇੱਥੇ ਆਪਾਂ ਕੀ ਲਵਾਂਗੇ? ਬਿਕੋਜ਼। ਅੱਗੇ ਨੈਕਸਟ ਸੈਂਟੈਂਸਿਸ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਆ ਅਤੇ ਉਹਨਾਂ ਦੇ ਆਨਸਰ ਲਿਖ ਕੇ ਮੈਨੂੰ ਸੈਂਡ ਵੀ ਕਰਨੀ ਆ। ਓਕੇ, ਨੈਕਸਟ ਹੈ ਐਕਟੀਵਿਟੀ 6, ਕੰਬਾਈਨ ਦੀ ਸੈਂਟੈਂਸਿਸ ਗਿਵਨ below using although and yet. Write them in your notebook. Here are a few examples. Read them before you do the activities. ਹੁਣ ਆਪਾਂ ਉੱਪਰ ਫਿਲਅਪ 'ਚ ਭਰਿਆ ਸੀ ਸੋ ਐਂਡ ਬਿਕੋਜ਼, ਹੁਣ ਅਸੀਂ ਭਰ ਰਹੇ ਹਾਂ ਆਲਦੋ ਐਂਡ ਯੈਟ, ਹੈ ਨਾ। ਕਿਤੇ ਕਿਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਇਹਨਾਂ ਨੇ ਐਗਜ਼ਾਮਪਲਸ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨੂੰ, ਤਾਂ ਸਮਝਦੇ ਹਾਂ। ਰਾਜਨ did not win the race. ਰਾਜਨ was happy. ਰਾਜਨ ਰੇਸ ਨਹੀਂ ਜਿੱਤ ਪਾਇਆ, ਰਾਜਨ ਵਾਜ਼ ਹੈਪੀ, ਰਾਜਨ ਖੁਸ਼ ਹੈ। ਆਲਦੋ ਰਾਜਨ ਡਿਡ ਨੋਟ ਵਿਨ ਦਾ ਰੇਸ, ਚਾਹੇ ਰਾਜਨ ਰੇਸ ਨਹੀਂ ਜਿੱਤ ਪਾਇਆ, ਯਟ ਹੀ ਵਾਜ਼ ਹੈਪੀ, ਹੈ ਨਾ। ਫਿਰ ਵੀ ਉਹ ਕੀ ਹੈ? ਖੁਸ਼ ਹੈ, ਹੈ ਨਾ। ਆਲਦੋ ਮਤਲਬ ਜਦੋਂ ਜਿਸ ਸਮੇਂ ਅਸੀਂ ਪੜ੍ਹਦੇ ਸੀ ਤਾਂ ਆਲਦੋ ਮੀਨਸ ਸਾਨੂੰ ਲਿਖਾਇਆ ਜਾਂਦਾ ਸੀ ਪੰਜਾਬੀ ਉਹਦੀ ਟਰਾਂਸਲੇਟ ਕਰਕੇ, ਜਦਕਿ ਇਹਨਾਂ ਦੀ ਤਾਂ ਕੋਈ ਐਗਜ਼ੈਕਟ ਟਰਾਂਸਲੇਸ਼ਨ ਹੁੰਦੀ ਨਹੀਂ, ਪਰ ਫਿਰ ਵੀ ਟੀਚਰਸ ਆਪਣੇ ਵੱਲੋਂ ਮਿਹਨਤ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਸੀ ਆਲਦੋ ਮੀਨੇ ਕੀ ਹੁੰਦਾ ਹੈਗਾ, ਜਿਵੇਂ ਕਿ, ਹੈ ਨਾ। ਚਾਹੇ ਕਿ ਰਾਜਨ ਜਿਹੜਾ ਹੈ ਉਹ ਰੇਸ ਨਹੀਂ ਜਿੱਤ ਪਾਇਆ ਸੀ, ਤਾਂ ਯਟ ਹੀ ਵਾਜ਼ ਹੈਪੀ। ਇੱਥੇ ਮੈਂ ਤੁਹਾਨੂੰ ਇਹਨਾਂ ਦੇ ਅਰਥ ਰੈਕਮੈਂਡ ਕਰਨ ਦੀ ਕੋਸ਼ਿਸ਼ ਨਹੀਂ ਕਰੂੰਗੀ, ਕਿਉਂਕਿ ਇਹਨਾਂ ਦੇ ਅਰਥ ਹੁੰਦੇ ਨਹੀਂ। ਇਹ ਸੈਂਟੈਂਸ ਆਪਣੇ ਆਪ ਦੇ ਵਿੱਚ ਇਹਨਾਂ ਦੇ ਅਰਥ ਕ੍ਰੀਏਟ ਕਰਦੇ ਆ, ਠੀਕ ਹੈ। ਉਹ ਜਿਵੇਂ ਜਿਵੇਂ ਆਪਾਂ ਪ੍ਰੈਕਟਿਸ ਕਰਾਂਗੇ ਨਾ, ਉਵੇਂ ਉਵੇਂ ਆਪਣਾ ਕਨਸੈਪਟ ਕਲੀਅਰ ਹੋ ਜਾਊਗਾ। ਨੈਕਸਟ ਹੈ ਇਟ ਵਾਜ਼ ਰੇਨਿੰਗ ਆਈ ਵੈਂਟ ਟੂ ਸਕੂਲ। ਜੇ ਆਪਾਂ ਨੂੰ ਅੱਗੇ ਇੱਕ ਸੈਂਟੈਂਸ ਹੈ ਕਿ ਇਟ ਵਾਜ਼ ਰੇਨਿੰਗ, ਮੀਂਹ ਪੈ ਰਿਹਾ, ਆਈ ਵੈਂਟ ਟੂ ਸਕੂਲ, ਮੈਂ ਸਕੂਲ ਗਿਆ, ਅਤੇ ਮੀਂਹ ਪੈ ਰਿਹਾ ਸੀ ਅਤੇ ਮੈਂ ਸਕੂਲ ਗਿਆ। ਦੋ ਸੈਂਟੈਂਸ ਹੈ ਅਲੱਗ-ਅਲੱਗ, ਤਾਂ ਉਹਨਾਂ ਨੇ ਕਿਹਾ ਇਹਨਾਂ ਸੈਂਟੈਂਸਾਂ ਨੂੰ ਕੰਬਾਈਨ ਕਰਨਾ ਹੈਗਾ ਵਿਦ ਦੀ ਹੈਲਪ ਆਫ ਆਲਦੋ ਐਂਡ ਯੈਟ। ਤਾਂ ਆਪਾਂ ਕੀ ਸੈਂਟੈਂਸ ਬਣਾਵਾਂਗੇ? ਆਲਦੋ ਇਟ ਵਾਜ਼ ਰੇਨਿੰਗ, ਚਾਹੇ ਰੇਨ ਹੋ ਰਹੀ ਸੀ, ਠੀਕ ਹੈ। ਯੈਟ ਆਈ ਵੈਂਟ ਟੂ ਸਕੂਲ, ਫਿਰ ਵੀ ਮੈਂ ਕਿੱਥੇ ਗਿਆ? ਸਕੂਲ ਗਿਆ। ਅੱਗੇ ਨੈਕਸਟ ਸੈਂਟੈਂਸ ਵੀ ਸੇਮ, ਆਲਥੋ ਇਟ ਵਾਜ਼ ਆ ਹੋਲੀਡੇ, ਚਾਹੇ ਛੁੱਟੀ ਸੀ, ਯੈਟ ਆਈ ਡਿਡ ਨੋਟ ਗੋ ਟੂ ਦਾ ਸਿਨੇਮਾ, ਫਿਰ ਵੀ ਮੈਂ ਸਿਨੇਮਾ ਨਹੀਂ ਗਿਆ। ਇਸੇ ਤਰ੍ਹਾਂ ਨਾਲ ਇਹ ਸੈਂਟੈਂਸ ਬਣਾਉਣੇ ਆ। ਆਲਦੋ ਮਾਈ ਡੋਗ ਵਾਜ਼ ਹੰਗਰੀ, ਯੈਟ ਇਟ ਡਿਡ ਨੋਟ ਈਟ ਬਿਸਕਿਟ, ਚਾਹੇ ਮੇਰਾ ਕੁੱਤਾ ਭੁੱਖਾ ਸੀ ਪਰ ਉਹਨੇ ਬਿਸਕਿਟ ਨਹੀਂ ਖਾਦੇ, ਠੀਕ ਹੈ। ਆਲਦੋ ਹੀ ਇਜ਼ ਵੈਰੀ ਸਲੀਪੀ, ਯੈਟ ਹੀ ਇਜ਼ ਵਾਚਿੰਗ ਅ ਮੂਵੀ, ਭਾਵੇਂ ਉਹ ਬਹੁਤ ਨੀਂਦ 'ਚ ਸੀ ਪਰ ਫਿਰ ਵੀ ਉਹਨੇ ਕੀ ਹੈ? ਫਿਲਮ ਦੇਖੀ। ਇਸੇ ਤਰ੍ਹਾਂ ਨਾਲ ਬਾਕੀ ਤੁਸੀਂ ਸਾਰੇ ਇਹ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ। आगे लर्निंग टू लिसन एक्टिविटी 7 लिसन टू द टीचर रिसाइट द फॉलोइंग पोइम एंड रिपीट आफ्टर हर। ਇਹ ਤੁਸੀਂ ਮੇਰੇ ਪਿੱਛੇ ਬੋਲ ਕੇ ਤਾਂ ਨਹੀਂ ਦੱਸ ਸਕਦੇ ਹੈਗੇ, ਖੈਰ ਆਪਣੇ ਆਪ ਪੜ੍ਹ ਕੇ ਇਸ ਪੋਇਮ ਨੂੰ ਖੁਦ ਹੀ ਆਪਣੇ ਅੰਦਾਜ਼ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਿਓ। ਜਿਵੇਂ ਪੋਇਮ ਦਾ ਨਾਮ ਹੈ ਕਲਾਊਡਸ, ਵਾਈਟ ਸ਼ੇਪ ਔਨ ਅ ਬਲੂ ਹਿਲ, when the wind stops, you all stand still. When the wind blows, you walk away slow. White ship, where do you go? Okay, ਇਹ ਤੁਸੀਂ ਬੇਟੇ ਆਪਣੇ ਅੰਦਾਜ਼ ਦੇ ਵਿੱਚ ਜਿਵੇਂ ਤੁਹਾਨੂੰ ਵਧੀਆ ਲੱਗੇ ਖੁਦ ਬੋਲ ਕੇ ਇਹ ਪ੍ਰੈਕਟਿਸ ਕਰਨੀ ਹੈ। ਨੈਕਸਟ ਹੈ ਲਰਨਿੰਗ ਟੂ ਸਪੀਕ ਐਕਟੀਵਿਟੀ 6 ਸਪੀਕ ਦਾ ਫੋਲੋਇੰਗ ਪੇਅਰਸ ਲਾਊਡਲੀ। ਇਹ
ਮੈਂ ਇਹਨਾਂ ਦੀ ਪ੍ਰੋਨਾਂਸੀਏਸ਼ਨ ਆਲਰੇਡੀ ਪਹਿਲਾਂ ਕਰਾ ਚੁੱਕੀ ਹਾਂ, ਤਾਂ ਇਹ ਵੀ ਤੁਸੀਂ ਆਪਣੇ ਅਕੋਰਡਿੰਗ ਆਪਣੇ ਹਿਸਾਬ ਨਾਲ ਜਿਵੇਂ ਉੱਪਰ ਦੱਸਿਆ ਗਿਆ ਗਾ ਉਸੇ ਤਰ੍ਹਾਂ ਨਾਲ ਇਹਨੂੰ ਪ੍ਰੋਨਾਊਂਸ ਕਰਨਾ ਹੈ। ਠੀਕ ਹੈ, ਇਹਨਾਂ ਸੈਂਟੈਂਸ ਇਹਨਾਂ ਵਰਡਸ ਨੂੰ ਬਾਰ-ਬਾਰ ਰਿਪੀਟ ਕਰਕੇ ਦੇਖਣਾ ਹੈਗਾ, ਇਹ ਪ੍ਰੈਕਟਿਸ ਹੈ। ਐਕਟੀਵਿਟੀ 9 ਜੋ ਹੈ ਪੇਅਰ ਵਰਡਸ। ਡਿਸਕਸ ਵਿਦ ਯੂਰ ਪਾਰਟਨਰ ਅਬਾਊਟ ਹਾਊ ਯੂ ਵੁੱਡ ਲਾਈਕ ਟੂ ਟਰੈਵਲ। ਯੂ ਕੈਨ ਡਿਸਕਸ ਦੀ ਫੋਲੋਇੰਗ ਕੁਐਸਚਨਸ ਵਿਦ ਈਚ ਅਦਰ। ਆਪਣੇ ਪਾਰਟਨਰ ਨਾਲ, ਆਪਣੀ ਫਰੈਂਡ ਨਾਲ ਜਾਂ ਆਪਣੇ ਘਰ ਦੇ ਕਿਸੇ ਫੈਮਿਲੀ ਮੈਂਬਰ ਦੇ ਨਾਲ ਡਿਸਕਸ ਕਰਨਾ ਹੈਗਾ ਕਿ ਤੁਸੀਂ ਆਪਣੀ ਯਾਤਰਾ ਕਿਸ ਤਰ੍ਹਾਂ ਟ੍ਰੇਨ ਦੇ ਵਿੱਚ ਗੁਜ਼ਾਰੀ ਸੀ, ਜਾਂ ਹਾਊ ਯੂ ਵੁੱਡ ਲਾਈਕ ਟੂ ਟਰੈਵਲ, ਹੈ ਨਾ, ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ, ਕਿਸ ਤਰ੍ਹਾਂ ਨਾਲ ਜਾਣਾ ਪਸੰਦ ਇਨ ਦਾ ਫਿਊਚਰ। ਠੀਕ ਹੈ, ਯੂ ਕੈਨ ਡਿਸਕਸ ਦੀ ਫੋਲੋਇੰਗ ਕੁਐਸਚਨ ਵਿਦ ਈਚ ਅਦਰ। ਡੂ ਯੂ ਲਾਈਕ ਟੂ ਟਰੈਵਲ ਬਾਏ ਟ੍ਰੇਨ, ਸ਼ਿਪ, ਪਲੇਨ। ਤੁਸੀਂ ਕਿਸ ਟਰਾਂਸਪੋਰਟ ਦੇ ਥਰੂ ਟਰੈਵਲ ਕਰਨਾ ਪਸੰਦ ਕਰੋਗੇ। ਹਾਊ ਵੁੱਡ ਯੂ ਲਾਈਕ ਟੂ ਟਰੈਵਲ ਇਫ ਯੂ ਹੈਵ ਟੂ ਗੋ ਫਰੋਮ ਪੰਜਾਬ ਟੂ ਮੁੰਬਈ, ਹੈ ਨਾ, ਵਾਈ। ਇੱਥੇ ਪੰਜਾਬ ਤੋਂ ਕੋਈ ਹੋਰ ਜੋ ਵੀ ਹੈ ਤੁਹਾਡੇ ਨਿਗਾਹ ਦੇ ਵਿੱਚ ਉਸ ਸਟੇਟ ਦਾ ਜਾਂ ਉਸ ਸਿਟੀ ਦਾ ਨਾਮ ਲੈ ਸਕਦੇ ਹੋ। ਇਫ ਯੂ ਡਿਸਾਈਡ ਟੂ ਗੋ ਬਾਏ ਟ੍ਰੇਨ ਵਟ ਵੁੱਡ ਯੂ ਲਾਈਕ ਟੂ ਟੇਕ ਵਿਦ ਯੂ। ਤਾਂ ਟ੍ਰੇਨ ਦੇ ਵਿੱਚ ਜੇ ਤੁਸੀਂ ਗਏ ਸਫ਼ਰ ਕੀਤਾ ਤਾਂ ਤੁਸੀਂ ਕੀ ਕੀ ਚੀਜ਼ਾਂ ਆਪਣੇ ਨਾਲ ਲੈ ਕੇ ਜਾਓਗੇ, ਕਿਉਂਕਿ ਟ੍ਰੇਨ ਦਾ ਸਫ਼ਰ ਲੰਬਾ ਹੁੰਦਾ ਹੈ ਨਾ, ਤਾਂ ਆਪਾਂ ਨੂੰ ਨਾਲ ਕੁਛ ਨਾ ਕੁਛ ਸਮਾਨ ਕੈਰੀ ਕਰਨਾ ਪੈਂਦਾ, ਜਿਸ ਕਰਕੇ ਆਪਾਂ ਆਪਣਾ ਟਾਈਮ ਈਜ਼ੀਲੀ ਸਪੈਂਡ ਕਰ ਸਕੀਏ। ਓਕੇ, ਲਾਸਟ, ਯੈਸ, ਦਿਸ ਇਜ਼ ਦਾ ਲਾਸਟ ਐਕਟੀਵਿਟੀ। ਐਕਟੀਵਿਟੀ ਇਜ਼ ਲਰਨਿੰਗ ਟੂ ਰਾਈਟ। ਇਹ ਤੁਸੀਂ ਰਾਈਟਿੰਗ ਦੀ ਪ੍ਰੈਕਟਿਸ ਕਰਨੀ ਹੈ ਬੇਟੇ। ਰਾਈਟਿੰਗ ਦੀ ਪ੍ਰੈਕਟਿਸ ਕੀ ਹੈ, ਪੈਰਾਗ੍ਰਾਫ ਰਾਈਟ ਕਰਨਾ ਹੈ। ਆ ਪੈਰਾਗ੍ਰਾਫ ਇਨ ਅ ਸ਼ੋਰਟ ਡਿਸਕ੍ਰਿਪਸ਼ਨ ਆਫ ਪੁਆਇੰਟ, ਇਟਸ ਲੈਂਥ ਇਜ਼ ਅਬਾਊਟ 100 ਵਰਡਸ। ਇਸ ਇੱਕ ਪੈਰਾ ਲਿਖਣਾ ਹੈਗਾ ਜਿਸ ਦੀ ਜਿਹੜੀ ਮਿਆਦ ਹੈ ਉਹ 100 ਵਰਡਸ ਤੱਕ ਦੀ ਹੋਣੀ ਚਾਹੀਦੀ ਆ। ਰਾਈਟਿੰਗ ਅ ਪੈਰਾਗ੍ਰਾਫ ਇਜ਼ ਐਨ ਆਰਟ। ਦ ਫਸਟ ਸੈਂਟੈਂਸ ਸ਼ੁੱਡ ਇੰਟਰੋਡਿਊਸ ਦ ਟੋਪਿਕ ਇਨ ਅਬਵ 10-15 ਵਰਡਸ। ਠੀਕ ਹੈ, ਫਸਟ ਜਿਹੜਾ ਸੈਂਟੈਂਸ ਹੈ ਉਹ ਘੱਟੋ ਘੱਟ 10 ਤੋਂ 15 ਵਰਡਸ ਦਾ ਹੋਣਾ ਚਾਹੀਦਾ, ਅਤੇ ਲਾਸਟ ਸੈਂਟੈਂਸ ਸ਼ੁੱਡ ਕਨਕਲੂਡ ਇਟ ਇਨ 10-15 ਵਰਡਸ। ਠੀਕ ਹੈ, ਮਤਲਬ ਫਸਟ ਅਤੇ ਲਾਸਟ ਵਰਡ ਜਿਹੜੇ ਆ ਉਹ ਸੈਂਟੈਂਸਿਸ ਹੈ ਸੋਰੀ ਜਿਹੜੇ ਉਹ ਮੋਸਟ ਇੰਪੋਰਟੈਂਟ ਹੁੰਦੇ ਆ, ਅਤੇ ਉਹਨਾਂ 'ਤੇ ਤੁਸੀਂ 10 ਤੋਂ 15 ਵਰਡਸ ਲਾਣੇ ਆ। ਰੈਸਟ 70 or 80 ਵਰਡਸ ਮਸਟ ਡਿਸਕਰਾਈਬ ਦਾ ਮੇਨ ਟੋਪਿਕ ਔਰ ਆਈਡੀਆ। ਬਾਕੀ ਜਿਹੜੇ 70 ਤੋਂ 80 ਸ਼ਬਦ ਰਹਿ ਗਏ ਉਹ ਕੀ ਕਰਨੇ ਆ, ਤੁਸੀਂ ਪੈਰੇ ਦੀ ਬੋਡੀ ਬਣਾਉਣ 'ਚ ਹੈਲਪ ਕਰਨੀ ਹੈ। ਠੀਕ ਹੈ, ਇਹ ਪੈਰਾਗ੍ਰਾਫ ਹੈ, ਪੈਰਾਗ੍ਰਾਫ ਹੈਗਾ ਜਰਨੀ ਬਾਏ ਬੱਸ। ਠੀਕ ਹੈ, ਇਸ 'ਤੇ ਤੁਸੀਂ ਕੋਸ਼ਿਸ਼ ਕਰਿਓ ਖੁਦ ਪੈਰਾਗ੍ਰਾਫ ਬਣਾਉਣ ਦੀ। ਠੀਕ ਹੈ, ਠੀਕ ਹੈ ਸਟੂਡੈਂਟਸ, ਦਿਸ ਵਾਜ਼ ਆਵਰ ਨਿਊ ਟੋਪਿਕ trains. It will help you. I hope all you will like it. Thank you.